Hello, everybody. Hope all of you are doing okay. Hanji, once again, please अपने questions ਤੁਸੀਂ ਭੇਜੀ ਜਾਵੋ and ਅਸੀਂ ਕੋਸ਼ਿਸ਼ ਕਰਿਆ ਕਰਾਂਗੇ ਕਿ ਉਹਨਾਂ questions ਦਾ ਜਲਦੀ ਤੋਂ ਜਲਦੀ ਆਨਸਰ ਦਿੱਤਾ ਜਾਵੇ। ਸਾਡੇ ਕੋਲ ਕਾਫੀ ਕੁਐਸਚਨਸ ਆਏ ਪਏ ਨੇ। ਸੋ ਅੱਜ ਅਸੀਂ ਗੱਲ ਆਈ ਥਿੰਕ ਮੈਂ ਪਿਛਲੇ ਆਪਦੇ ਕਈ ਸੈਸ਼ਨਸ ਤੋਂ ਬਹੁਤ ਪਿੱਛੇ ਆਈ ਥਿੰਕ ਮੈਂ ਕਵਰ ਕੀਤਾ, ਪਰ ਦੈਟਸ ਓਕੇ। ਅੱਜ ਸਾਡੇ ਕੋਲ ਇੱਕ ਰਿਕੁਐਸਟ ਆਈ ਹੈ ਕਿ ਅਸੀਂ ਆਪਣੇ ਬੱਚਿਆਂ ਨੂੰ ਹਮਦਰਦੀ ਕਿਵੇਂ ਸਿਖਾਈ ਜਾਵੇ। ਐਂਡ ਬੇਸਿਕਲੀ ਉਹਨਾਂ ਨੇ ਕੁਐਸਚਨ ਭੇਜਿਆ ਕਿ ਜਦੋਂ ਮੇਰਾ ਬੱਚਾ ਦੂਸਰਿਆਂ ਕੋਲ ਜਾਂਦਾ ਵਾ ਜਾਂ ਦੂਸਰੇ ਬੱਚਿਆਂ ਨਾਲ ਖੇਡਦਾ, ਉਹਨੂੰ ਸਾਨੂੰ ਲੱਗਦਾ ਕਿ ਹਮਦਰਦੀ ਘੱਟ ਦਿਖਾਉਂਦਾ ਦੂਸਰੇ ਬੰਦਿਆਂ ਪ੍ਰਤੀ, ਦੂਸਰੇ ਬੱਚਿਆਂ ਪ੍ਰਤੀ ਜਾਂ ਦੂਸਰੇ ਇਨਸਾਨਾਂ ਪ੍ਰਤੀ ਹਮਦਰਦ ਨਹੀਂ ਬਣਦਾ ਗਾ। ਸੋ ਅਸੀਂ ਹਮਦਰਦੀ ਕਿਵੇਂ, ਸੋ ਸਭ ਤੋਂ ਪਹਿਲਾਂ ਹਮਦਰਦੀ ਦਾ ਅਸੀਂ ਮਤਲਬ ਸਮਝੀਏ। ਹਮਦਰਦੀ ਦਾ ਮਤਲਬ ਇਹੀ ਆ ਕਿ ਅਸੀਂ ਦੂਸਰਿਆਂ ਦੀਆਂ ਭਾਵਨਾਵਾਂ ਨੂੰ ਸਮਝ ਸਕਣਾ। ਜਿਵੇਂ ਅਸੀਂ ਪੰਜਾਬੀ 'ਚ ਕਈ ਵਾਰ ਕਹਿ ਜਾਂਦੇ ਕਿਸੇ ਦੇ ਪੈਰ ਦੇ ਵਿੱਚ ਪੈਰ ਰੱਖਣਾ, ਜਾਂ ਕਿਸੇ ਦੀ ਜੁੱਤੀ 'ਚ ਪੈਰ ਰੱਖ ਕੇ ਵੇਖਣਾ। ਸੋ ਕਿਸੇ ਦੀ ਸਥਿਤੀ ਨੂੰ ਸਮਝ ਕੇ ਉਹਦੀਆਂ ਭਾਵਨਾਵਾਂ ਨੂੰ ਸਮਝਣਾ ਕਿ ਉਹਦੀਆਂ ਅੰਦਰ ਭਾਵਨਾਵਾਂ ਕੀ ਚੱਲ ਰਹੀਆਂ, ਉਹਦੇ ਅੰਦਰ ਫੀਲਿੰਗਸ ਕੀ ਚੱਲ ਰਹੀਆਂ। ਕਿਸੇ ਦੇ ਆਪਦੇ ਨਜ਼ਰੀਏ 'ਚੋਂ ਨਿਕਲ ਕੇ ਕਿਸੇ ਦੇ ਨਜ਼ਰੀਏ ਦੇ ਵਿੱਚ ਵੜਨਾ। ਇਹ ਬਹੁਤ ਔਖੀ ਚੀਜ਼ ਆ, ਬਿਕਾਜ਼ ਸਾਡੀਆਂ ਲੜਾਈਆਂ ਵੀ ਬਹੁਤ ਇਸੇ ਕਰਕੇ ਜ਼ਿਆਦਾ ਹੁੰਦੀਆਂ ਕਿ ਅਸੀਂ ਆਪਦੇ ਨਜ਼ਰੀਏ 'ਚੋਂ ਸਾਨੂੰ ਨਿਕਲਣਾ ਔਖਾ ਲੱਗਦਾ ਵਾ। ਚਾਹੇ ਸਾਡਾ ਪਾਰਟਨਰ ਹੋਵੇ, ਚਾਹੇ ਸਾਡਾ ਬੱਚਾ ਹੋਵੇ, ਚਾਹੇ ਸਾਡਾ ਕੋਈ ਹੋਰ ਰਿਸ਼ਤੇਦਾਰ ਹੋਵੇ, ਅਸੀਂ ਆਪਦੀਆਂ ਨਜ਼ਰਾਂ, ਆਪਦੇ ਜਿਹੜਾ ਨਜ਼ਰੀਏ 'ਚੋਂ, ਆਪਦੀ ਪਰਸਪੈਕਟਿਵ ਦੇ ਵਿੱਚੋਂ ਨਿਕਲ ਕੇ ਸਾਨੂੰ ਦੂਸਰੇ ਦੇ ਨਜ਼ਰੀਏ 'ਚ ਵੜਨਾ ਔਖਾ ਲੱਗਦਾ ਵਾ। ਇਸੇ ਕਰਕੇ ਸਾਡੀ ਲੜਾਈ ਹੋ ਜਾਂਦੀ, ਕਿਉਂਕਿ ਅਸੀਂ ਦੂਸਰਾ ਜਿਵੇਂ ਸਿਚੁਏਸ਼ਨ ਨੂੰ ਦੇਖਦਾ, ਦੂਸਰੇ ਦਾ ਨਜ਼ਰੀਆ ਅਸੀਂ ਉਹ ਦੇਖਣਾ ਨਹੀਂ ਚਾਹੁੰਦੇ। ਸੋ ਹਮਦਰਦੀ ਦਾ ਮਤਲਬ ਹੈ ਦੂਸਰੇ ਬੰਦੇ ਦੇ ਅੰਦਰ ਦੀਆਂ ਭਾਵਨਾਵਾਂ ਨੂੰ ਮਹਿਸੂਸ ਕਰ ਸਕਣਾ, ਕਿਸੇ ਦੇ ਦੁੱਖ ਨੂੰ ਕਿ ਜਦੋਂ ਕੋਈ ਦੁਖੀ ਆ ਉਹਦੇ ਦੁੱਖ ਨੂੰ ਆਪਦੇ ਅੰਦਰ ਉਸੇ ਭਾਵਨਾਵਾਂ ਨੂੰ ਮਹਿਸੂਸ ਕਰ। ਕਿਉਂਕਿ ਸਾਡੇ 'ਚ ਕੈਪੇਬਿਲਿਟੀ ਆ, ਤੁਸੀਂ ਦੇਖੋ ਕਿ ਕੋਈ ਰੋਣ ਲੱਗਦਾ ਵਾ, ਜਦੋਂ ਕੋਈ ਕਿਸੇ ਦੀ ਡੈਥ ਹੋ ਜਾਂਦੀ ਜਾਂ ਕੋਈ ਰੋਣ ਲੱਗਦਾ ਵਾ, ਅਤੇ ਸਾਡੇ ਅੱਖਾਂ ਦੇ ਵਿੱਚ ਵੀ ਅਸੀਂ ਵੀ ਆਪਦੇ ਆਪ ਨੂੰ ਉਸ ਸਥਿਤੀ ਦੇ ਵਿੱਚ ਪਾ ਕੇ ਦੇਖਦੇ ਹਾਂ। ਸੋ ਕਈ ਮੂਮੈਂਟਸ ਇੱਦਾਂ ਦੇ ਆਉਂਦੇ ਸਾਨੂੰ ਅਸੀਂ ਮੱਲੋ ਮੱਲੀ, ਕਿਉਂਕਿ ਸਾਡੇ 'ਚ ਕਪੈਸਿਟੀ ਹੈ, ਸਾਡੇ 'ਚ ਹਮਦਰਦ ਹੋਣ ਦੀ ਕਪੈਸਿਟੀ ਹੈ। ਪਰ ਕੀ ਸਾਡੇ 'ਚ ਹਮਦਰਦ ਹੋਣ ਦੀ ਕਪੈਸਿਟੀ ਡਿਵੈਲਪ ਕੀਤੀ ਜਾਂਦੀ ਹੈ? ਇਹ ਇੱਕ ਵੱਖਰਾ ਕੁਐਸਚਨ ਆ। ਫੋਰ ਐਗਜ਼ਾਮਪਲ, ਸਾਡੇ ਸਾਰਿਆਂ ਦੇ ਵਿੱਚ ਇੱਕ ਕਪੈਸਿਟੀ ਹੈ ਕਿ ਸਾਨੂੰ 2 ਲੱਤਾਂ ਨਾਲ ਅਸੀਂ ਤੁਰ ਸਕਦੇ ਹਾਂ, ਪਰ ਜੇ ਤੁਸੀਂ ਬੱਚੇ ਨੂੰ ਤੋਰੋਗੇ ਨਾ, ਜੇ ਤੁਸੀਂ ਕਹੋਗੇ ਕਿ ਮੇਰਾ ਬੱਚਾ ਸਿਰਫ ਬੈਠਾ ਹੀ ਰਵੇ, ਸਾਡੇ ਸਾਰਿਆਂ ਦੇ ਵਿੱਚ ਇੱਕ ਕਪੈਸਿਟੀ ਹੈ ਕਿ ਅਸੀਂ ਮਿਹਨਤ ਕਰ ਸਕਦੇ, ਹਾਰਡ ਵਰਕ ਕਰ ਸਕਦੇ ਹਾਂ। ਪਰ ਜੇ ਸਾਡੇ 'ਚ ਕਪੈਸਿਟੀ ਇਹ ਬਣਾ ਦਿੱਤੀ ਜਾਵੇ, ਸਾਡੇ ਬੱਚੇ ਦੇ ਵਿੱਚ ਕਪੈਸਿਟੀ ਨਾ ਬਣਾਈ ਜਾਵੇ ਕਿ ਸਾਨੂੰ ਹਮੇਸ਼ਾ ਤੋਂ ਟੀਵੀ ਜਾਂ ਸਾਨੂੰ ਬੈਠਿਆਂ ਨੂੰ ਚੀਜ਼ਾਂ ਨੂੰ ਮਿਲਣ, ਅਤੇ ਸਾਡੇ 'ਚੋਂ ਕਪੈਸਿਟੀ ਖਤਮ ਹੋ ਜੂ, ਸਾਡੇ 'ਚੋਂ ਮਿਹਨਤ ਕਰਨ ਦੀ ਕਪੈਸਿਟੀ ਨਹੀਂ ਰਹੂਗੀ। ਸੋ ਇਵੇਂ ਜਿਹੜੀ ਹਮਦਰਦੀ ਦੀ ਕਪੈਸਿਟੀ ਇੱਕ ਇਨਸਾਨ ਦੇ ਅੰਦਰ ਜ਼ਰੂਰ ਆ, ਪਰ ਡਿਵੈਲਪ ਕਰਨੀ ਪੈਂਦੀ, ਉਹਨੂੰ ਪ੍ਰੈਕਟਿਸ ਕਰਨਾ ਪੈਂਦਾ। ਫੋਰ ਐਗਜ਼ਾਮਪਲ, ਜੇ ਤੁਹਾਡਾ ਬੱਚਾ ਵਾ, ਉਹਦੇ ਵਿੱਚ ਮਿਹਨਤ ਕਰਨ ਦੀ, ਉਹਦੇ ਵਿੱਚ ਕੰਮ ਕਰਨ ਦੀ ਕਪੈਸਿਟੀ ਹੈ, ਪਰ ਕਈ ਵਾਰ ਸਾਡੀ ਜਿਹੜੀ ਪੇਰੈਂਟਿੰਗ ਸਟਾਈਲ ਆ ਉਹ ਡਿਵੈਲਪ ਨਹੀਂ ਹੋਣ ਦਿੰਦੀ। ਐਂਡ ਇਸ ਕਰਕੇ ਕਈ ਵਾਰ ਮੇਰੇ ਕੋਲ ਕਲਾਇੰਟ ਜਿਹੜੇ ਆਉਂਦੇ, ਉਹਨਾਂ ਦੇ ਬੱਚੇ 20 ਜਾਂ 25 ਸਾਲ ਦੇ ਆ, ਅਤੇ ਉਹ ਕਹਿੰਦੇ ਕਿ ਘਰ ਦਾ ਕੰਮ ਨਹੀਂ, ਆਪਣੀ ਟੇਕ ਕੇਅਰ ਨਹੀਂ ਕਰਦੇ ਗੇ, ਆਪਣੀ ਰਿਸਪੋਂਸੀਬਲ ਨਹੀਂ ਬਣਦੇ। ਬੇਸਿਕਲੀ ਸਾਡੇ 'ਚ ਕੈਪੇਬਿਲਿਟੀ ਹੈ, ਪਰ ਉਹ ਡਿਵੈਲਪ ਨਹੀਂ ਕੀਤੀ ਗਈ। ਜਿਹੜੇ ਸਾਡੇ ਡਿਵੈਲਪਿੰਗ ਈਅਰਸ ਸੀ, ਛੋਟੇ ਹੁੰਦਿਆਂ ਦੇ ਵਿੱਚ ਛੋਟੀ ਟਾਈਮ 'ਤੇ ਜਿਹੜੀਆਂ ਸਾਨੂੰ ਜ਼ਿੰਮੇਵਾਰੀਆਂ ਜਾਂ ਮਿਲਣੀ ਸੀ, ਉਹ ਨਹੀਂ ਡਿਵੈਲਪ ਹੋਏਗੀ। ਸੋ ਅਸੀਂ ਹਮਦਰਦੀ ਆਪਣੇ ਬੱਚਿਆਂ ਦੇ ਵਿੱਚ ਕਿਵੇਂ ਡਿਵੈਲਪ ਕਰ ਸਕਦੇ, ਸਾਡੇ ਬੱਚੇ ਹਮਦਰਦੀ ਕਿਵੇਂ? ਸੋ ਸਭ ਤੋਂ ਪਹਿਲਾਂ ਤਾਂ ਤੁਸੀਂ ਦੇਖੋ ਕਿ ਆਮ ਜਿਹੜਾ ਬੱਚਾ ਜਦੋਂ ਸਟਾਰਟਿੰਗ ਹੁੰਦਾ ਨਾ, ਉਹ ਬੱਚੇ ਬੜੇ ਸੈਲਫਿਸ਼ ਹੁੰਦੇ ਆ, ਉਹਨਾਂ ਨੂੰ ਆਪ ਉਹ ਸੈਲਫ, ਐਂਡ ਉਹ ਇੱਕ ਕੁਦਰਤ ਦੇ ਤੌਰ 'ਤੇ ਉਹ ਜਾਣ ਕੇ ਉਹ ਚੀਜ਼ ਕੀਤੀ ਜਾਂਦੀ ਹੈ। Sorry, I forgot to put this on. Okay, always do. Sorry, it's hard to hear. Sorry, I'll just try to do it. ਹਾਂਜੀ, ਸੋ ਕਪੈਸਿਟੀ, ਸੋ ਅਸੀਂ ਹਮਦਰਦੀ ਕਿਵੇਂ ਡਿਵੈਲਪ ਕਰਨੀ ਹੈ? ਸੋ ਜਦੋਂ ਸਾਡਾ ਬੱਚਾ ਸਟਾਰਟ ਦੇ ਵਿੱਚ ਹੁੰਦਾ, ਸੈਲਫਿਸ਼ ਹੁੰਦੇ। ਆਮ ਤੁਸੀਂ ਦੇਖੋਗੇ ਜਦੋਂ ਛੋਟੇ ਬੱਚੇ ਨਾ, ਜਦੋਂ ਛੋਟਾ ਭੈਣ ਭਰਾ ਹੋ ਜੇ, ਉਹ ਬੜੀ ਜੈਲਸ ਕਰਦੇ ਆ, ਕਿਉਂਕਿ ਸਾਡੇ ਵਿੱਚ ਐਜ਼ ਆਪਦੇ ਆਪ ਨੂੰ ਅਸੀਂ ਜਿਉਣ ਦੀ ਜਿਹੜੀ ਅੰਦਰੋਂ ਸਾਡੇ ਡਰਾਈਵ ਆ, ਬੜੀ ਸਟਰੋਂਗ ਆ, ਐਂਡ ਉਹ ਕੁਦਰਤੀ ਤੌਰ 'ਤੇ ਸਾਡੇ 'ਚ ਜਾਣ ਕੇ ਪਾਈ ਵੀ ਆ ਕੁਦਰਤ ਨੇ। ਬਿਕਾਜ਼ ਜੇ ਸਾਨੂੰ ਆਪਦਾ ਫਿਕਰ ਹੀ ਨਾ ਹੋਵੇ, ਜੇ ਛੋਟੇ ਜਿਹੇ ਬੱਚੇ ਨੂੰ ਵੀ ਆਪਦਾ ਫਿਕਰ ਹੋਵੇ, ਤਾਂ ਸਰਵਾਈਵਬਿਲਿਟੀ ਕਿੰਨੀ ਔਖੀ ਹੋ ਸਕਦੀ, ਉਹ ਸਰਵਾਈਵ ਨਹੀਂ ਕਰ ਸਕਦੇ। ਸੋ ਸਾਡੇ 'ਚ ਕੁਦਰਤ ਨੇ, ਨੇਚਰ ਨੇ ਸ਼ੁਰੂ ਤੋਂ ਇੱਕ
ਇੱਕ ਬੱਚੇ ਦੇ ਵਿੱਚ ਆਪਦੇ ਆਪ ਨੂੰ ਸਰਵਾਈਵ ਕਰਨ ਦੀ ਕਪੈਸਿਟੀ ਪਾਈ ਹੋਈ ਹੈ। ਇਸ ਕਰਕੇ ਤਾਂ ਬੱਚਾ ਜਦੋਂ ਭੁੱਖ ਲੱਗਦਾ ਉਹ ਰੋਂਦਾ, ਜਦੋਂ ਉਹਦੇ ਪੀੜ ਲੱਗਦੀ ਉਹ ਰੋਂਦਾ, ਕਿਉਂ? ਉਹਦੇ 'ਚ ਸਰਵਾਈਵ ਕਰਨ ਦੀ, ਉਹ ਸਰਵਾਈਵ ਹਰ ਹਾਲਤ 'ਚ ਕਰਨਾ ਚਾਹੁੰਦਾ। ਜਦੋਂ ਇੱਕ ਉਹਦਾ ਛੋਟਾ ਭੈਣ ਭਰਾ ਆ ਜਾਂਦਾ ਤੇ ਉਹਨੂੰ ਲੱਗਦਾ ਕਿ ਉਹਦੀ ਅਹਿਮੀਅਤ ਘੱਟ ਗਈ, ਸਰਵਾਈਵ ਦੀ ਐਬਿਲਿਟੀ ਆ ਜਾਂਦੀ ਨਾ ਕਿ ਮੇਰੇ ਮਾਂ ਬਾਪ ਨੇ ਮੈਨੂੰ ਉਹਨਾਂ ਟੇਕ ਕੇਅਰ ਨਹੀਂ ਕਰ ਸਕਣੀ, ਪਿਆਰ ਨਹੀਂ ਕਰ ਸਕਣਾ। ਸੋ ਹੌਲੀ ਹੌਲੀ ਹੁੰਦਾ ਕੀ ਹੈ ਕਿ ਜਦੋਂ ਅਸੀਂ ਆਪਣੇ ਬੱਚਿਆਂ ਨਾਲ ਹਮਦਰਦੀ ਕਰਨੀ ਸ਼ੁਰੂ ਕਰਦੇ ਹਾਂ, ਜਦੋਂ ਸਾਡਾ ਬੱਚਾ ਇਹ ਮਹਿਸੂਸ ਕਰਦਾ ਕਿ ਮੇਰੇ ਨਾਲ ਹਮਦਰਦੀ ਕੀਤੀ ਜਾਂਦੀ ਆ, ਉਦੋਂ ਹੀ ਹਮਦਰਦੀ ਦੀ ਜਿਹੜੀ ਸਾਡੇ ਬੱਚੇ ਦੇ ਅੰਦਰ ਸਕਿੱਲ ਡਿਵੈਲਪ ਹੁੰਦੀ ਆ। ਸੋ ਫੋਰ ਐਗਜ਼ਾਮਪਲ ਜੇ ਤੁਹਾਡੇ ਬੱਚੇ, ਜਦੋਂ ਤੁਹਾਡਾ ਬੱਚਾ ਇੱਕ ਸਟੋਰ ਦੇ ਵਿੱਚ ਉਹਨੂੰ ਟੋਏ ਚਾਹੀਦਾ ਸੀਗਾ ਐਂਡ ਉਹਨੇ ਟੋਏ ਲੈਣਾ ਸੀਗਾ ਐਂਡ ਤੁਸੀਂ ਉਹਨੂੰ ਉਹ ਟੋਏ ਲੈ ਕੇ ਨਹੀਂ ਦਿੱਤਾ, ਤੁਸੀਂ ਇੱਕ ਹਮਦਰਦ ਬਣ ਸਕਦੇ ਹੋ ਉੱਥੇ। ਹਮਦਰਦੀ ਦਾ ਮਤਲਬ ਇਹ ਨਹੀਂ ਅਸੀਂ ਆਪਣੇ ਸਮ ਕਲਚਰ ਦੇ ਵਿੱਚ ਐਵੇਂ ਕਿ ਜੇ ਅਸੀਂ ਹਮਦਰਦੀ ਕਰਦੇ ਤਾਂ ਸਾਨੂੰ ਹਰ ਚੀਜ਼ ਨੂੰ ਕਿਸੇ ਲਈ ਕਰਨੀ ਪੈਣੀ ਜਾਂ ਹਾਂ ਨਹੀਂ। ਹਮਦਰਦੀ ਦਾ ਮਤਲਬ ਹੈ ਕਿਸੇ ਦੀ ਭਾਵਨਾਵਾਂ ਨੂੰ ਸਮਝਣਾ। ਹੋ ਸਕਦਾ ਜਿਹੜਾ ਕੰਮ ਸਾਨੂੰ ਕਹਿ ਰਿਹਾ ਕਰਨ ਲਈ ਅਸੀਂ ਨਾ ਕਰ ਸਕੇ ਉਹਦੀ ਹੋਈ ਹੈ, ਪਰ ਅਸੀਂ ਉਹਦੀਆਂ ਭਾਵਨਾਵਾਂ ਨੂੰ ਸਮਝੋ। ਉਹੀ ਇੱਕ ਬੱਚੇ ਦਾ, ਸੋ ਫੋਰ ਐਗਜ਼ਾਮਪਲ ਸਟੋਰ ਦੇ ਵਿੱਚ ਉਹਦੀਆਂ ਭਾਵਨਾਵਾਂ ਨੂੰ ਤੁਸੀਂ ਸਮਝ ਸਕਦੇ ਹੋ ਕਿ ਜਦੋਂ ਉਹ ਸਟੋਰ ਦੇ ਵਿੱਚ ਆਇਆ ਉਹਨੂੰ ਬੜੀ ਕਿਊਰੀਓਸਿਟੀ ਸੀ, ਉਹਨੂੰ ਉਸ ਖਿਡੌਣੇ ਦੇ ਵਿੱਚ ਬੜੀ ਕਿਊਰੀਓਸਿਟੀ ਸੀ ਕਿ ਮੈਂ ਚੀਜ਼ ਨੂੰ ਵੇਖਾਂ, ਵੀ ਇਹਨੂੰ ਮੈਂ ਖੋਲ੍ਹ ਕੇ ਦੇਖਾਂ ਵੀ ਇਹਦੇ ਵਿੱਚ ਕੀ ਆ, ਮੈਂ ਇਹਨੂੰ ਘਰੇ ਲੈ ਕੇ ਜਾਵਾਂ। ਕਿਊਰੀਓਸਿਟੀ ਦੇ ਤੌਰ 'ਤੇ ਉਹਨੇ ਉਹ ਚੀਜ਼ ਨੂੰ ਚੱਕਿਆ, ਪਰ ਉਹ ਚੀਜ਼ ਉਹਨੂੰ ਮਿਲੀ ਨਹੀਂ। ਐਂਡ ਉਹੀ ਇਮੈਜਿਨ ਕਰਕੇ ਦੇਖੋ ਕਿ ਤੁਸੀਂ ਉਹ ਚੀਜ਼, ਕੋਈ ਵੀ ਚੀਜ਼ ਆ ਤੁਸੀਂ ਜ਼ਿੰਦਗੀ 'ਚ ਬਹੁਤ ਜ਼ਿਆਦਾ ਚਾਹੀ ਹੋਵੇ ਅਤੇ ਉਹ ਤੁਹਾਨੂੰ ਮਿਲੇ ਨਾ ਉਸ ਮੂਮੈਂਟ ਦੇ ਵਿੱਚ, ਐਂਡ ਤੁਹਾਡੇ ਦਿਲ 'ਚ ਹਮਦਰਦੀ ਪੈਦਾ ਹੋਊਗੀ। ਤੁਸੀਂ ਮਹਿਸੂਸ ਕਰ ਸਕਦੇ ਤੁਹਾਡਾ ਬੱਚਾ ਕੀ, ਸੋ ਇਸੇ ਕਰਕੇ ਉਹ ਬੱਚਾ ਰੋਂਦਾ ਵਾ, ਟੈਂਟਰਮ ਸ਼ੋ ਕਰਦਾ ਵਾ, ਜਾਂ ਚੀਜ਼ਾਂ ਚਲਾ ਕੇ ਮਾਰਦਾ ਜਾਂ ਚੀਕਦਾ ਵਾ, ਕਿਉਂਕਿ ਉਹਦੇ ਅੰਦਰ ਫਰਸਟ੍ਰੇਸ਼ਨ ਹੋ ਰਹੀ ਆ। ਸੋ ਜਦੋਂ ਇੱਕ ਮਾਪਾ ਉਸ ਫਰਸਟ੍ਰੇਸ਼ਨ ਨੂੰ ਰੈਕਗਨਾਈਜ਼ ਕਰਨ ਲੱਗ ਜਾਂਦਾ ਕਿ ਮੇਰੇ ਬੱਚਾ ਅੰਦਰੋਂ ਔਖਾ ਹੋ ਰਿਹਾ, ਬੱਚਾ ਕੀ ਮਹਿਸੂਸ ਕਰਦਾ ਕਿ ਉਹਦੇ ਨਾਲ ਹਮਦਰਦੀ ਹੋ ਰਹੀ ਆ। ਐਂਡ ਜਦੋਂ ਇੱਕ ਬੱਚਾ ਇਹ ਮਹਿਸੂਸ ਕਰਨ ਲੱਗ ਜਾਂਦਾ ਨਾ ਕਿ ਮੇਰੇ ਨਾਲ ਹਮਦਰਦੀ ਹੋ ਰਹੀ ਆ, ਇਹ ਉਹਦੇ ਅੰਦਰ, ਉਹਦੇ ਦਿਮਾਗ ਦੇ ਅੰਦਰ ਇੱਕ ਕਪੈਸਿਟੀ ਬਣਨ ਲੱਗ ਜਾਂਦੀ, ਇੱਕ ਸਕਿੱਲ ਡਿਵੈਲਪ ਹੋਣ ਲੱਗ ਜਾਂਦੀ ਆ। ਹੁਣ ਇਹੀ ਉਹ ਹਮਦਰਦੀ, ਇਹੀ ਸਕਿੱਲ ਨੂੰ ਪਿਕ ਕਰਕੇ ਉਹ ਕਿਸੇ ਹੋਰ ਨਾਲ ਹਮਦਰਦੀ ਸ਼ੋਅ ਕਰੂਗਾ। ਇਵੇਂ ਹੀ ਬੱਚੇ ਹਮਦਰਦੀ ਸਿੱਖਦੇ ਨੇ ਜਦੋਂ ਉਹਨਾਂ ਨੂੰ ਇਹ ਮਹਿਸੂਸ ਹੁੰਦਾ ਵੀ ਕੋਈ ਵੀ ਉਹਨਾਂ ਨਾਲ ਹਮਦਰਦ ਹੋ ਰਿਹਾ। ਸੋ ਫਿਰ ਇਹੀ ਪਰਸਪੈਕਟਿਵ ਬਾਹਰ ਦੁਨੀਆ 'ਤੇ ਜਾ ਕੇ ਵਰਤਦੇ, ਹੋਰ ਬੱਚਿਆਂ ਨਾਲ ਜਾ ਕੇ ਵਰਤਦੇ, ਹੋਰ ਅਡਲਟਸ ਨਾਲ ਵਰਤਦੇ ਆ, ਜਦੋਂ ਉਹਨਾਂ ਨੂੰ ਇਹ ਪਤਾ ਲੱਗੇ ਕਿ ਸਾਡੇ ਨਾਲ ਹਮਦਰਦੀ ਹੋ ਰਹੀ ਆ। ਪਰ ਜੇ ਅਸੀਂ ਆਪਣੇ ਬੱਚਿਆਂ ਨਾਲ ਹਮਦਰਦ ਨਹੀਂ ਹੋ, ਸੋ ਫੋਰ ਐਗਜ਼ਾਮਪਲ ਇਸੇ ਸਿਚੁਏਸ਼ਨ ਦੇ ਵਿੱਚ ਜੇ ਇੱਕ ਮਾਂ ਜਾਂ ਇੱਕ ਬਾਪ ਉਸ ਬੱਚੇ ਨਾਲ ਹਮਦਰਦ ਨਹੀਂ ਹੋ ਰਿਹਾ, ਕਹਿ ਰਿਹਾ ਕਿ ਇਹ ਹਮੇਸ਼ਾ ਹੀ ਐਂ ਕਰਦਾ ਵਾ, ਇਹ ਹਮੇਸ਼ਾ ਹੀ ਟੋਏ ਆ ਕੇ ਕਰਦਾ ਵਾ, ਫਿਰ ਫਰਸਟ੍ਰੇਟ ਹੁੰਦਾ, ਮੈਂ ਨੈਕਸਟ ਟਾਈਮ ਇਹਨੂੰ ਲਿਆਉਣਾ ਨਹੀਂ, ਜਾਂ ਮੈਂ ਉਹਨੂੰ ਝਿੜਕਦੇ ਆ ਜਾਂ ਉਹਨੂੰ ਮਾਨਸਿਕ ਤੌਰ 'ਤੇ ਉਹਨੂੰ ਸਟ੍ਰੈਸ ਦਿੰਦੇ ਆ ਬੱਚੇ ਨੂੰ, ਅਤੇ ਬੱਚਾ ਮਹਿਸੂਸ ਕਰਦਾ ਕਿ ਮੇਰੇ ਨਾਲ ਹਮਦਰਦੀ ਨਹੀਂ ਹੋ ਰਹੀ, ਅਤੇ ਉਹ ਇਹੀ ਬਿਹੇਵੀਅਰ ਜਿਹੜਾ ਤੁਸੀਂ ਹੁਣ ਇਸ ਬੱਚੇ ਲਈ ਕਰ ਰਹੇ ਹੋ, ਉਹ ਇਹੀ ਬਿਹੇਵੀਅਰ ਬਾਹਰ ਦੁਨੀਆ 'ਤੇ ਜਾ ਕੇ ਕਰੂਗਾ, ਦੂਸਰੇ ਬੱਚਿਆਂ ਨਾਲ ਕਰੂਗਾ, ਸਕੂਲ ਦੇ ਵਿੱਚ ਜਾ ਕੇ ਕਰੂਗਾ। ਇਸੇ ਹੀ ਬਿਹੇਵੀਅਰ ਨੂੰ ਉਹ ਗਾਂਹ ਲੈ ਕੇ ਜਾਊਗਾ। ਬੁਲਿੰਗ ਕੀ ਆ? ਸਾਡੇ ਬੱਚੇ ਜਦੋਂ ਦੂਸਰੇ ਬੱਚਿਆਂ ਨੂੰ ਬੁਲੀ ਕਰਦੇ, ਦਾ ਮਤਲਬ ਕੀ ਆ ਕਿ ਹਮਦਰਦੀ ਘਟੀ ਹੋਈ ਆ, ਕਿਉਂਕਿ ਬੁਲੀ ਅਸੀਂ ਕਿਤੇ ਨਾ ਕਿਤੇ ਘਰੇ, ਅਸੀਂ ਸਭ ਆਪਦੇ ਘਰਾਂ 'ਚ ਬੁਲੀ ਹੋਏ ਆ, ਸਾਡੇ ਪੇਰੈਂਟਸ ਵੱਲੋਂ ਅਸੀਂ ਬੁਲੀ ਹੋਏ ਆ। ਸਾਨੂੰ ਕਿਹਾ ਗਿਆ ਵਾ ਤੂੰ ਬਾਹਲਾ ਪਤਲਾ ਵਾ, ਤੂੰ ਬਹੁਤ ਮੋਟਾ ਵਾ, ਤੂੰ ਬੇਕਾਰ ਆ, ਇਹ ਸਾਰੀਆਂ ਚੀਜ਼ਾਂ ਸਾਨੂੰ ਬੁਲਿੰਗ ਹੋਈਆਂ ਵੀਆਂ। ਐਂਡ ਇਹੀ ਵਿਵਹਾਰ ਅਸੀਂ ਬਾਹਰ ਜਾ ਕੇ ਕਰਦੇ ਹਾਂ। ਸੋ ਤੁਸੀਂ ਐਡਿਕਸ਼ਨ ਲੈ ਲਓ, ਕਿਸੇ ਵੀ ਤਰੀਕੇ ਨਾਲ ਜਿਹੜਾ ਸਾਡਾ ਬਾਹਰ ਸਾਡੇ ਬੱਚਿਆਂ ਨਾਲ ਕੋਈ ਗਲਤ ਵਿਵਹਾਰ, ਅਸੀਂ ਕਹਿੰਦੇ ਹਾਂ ਮੀਨ ਹੁੰਦੇ ਹਾਂ, ਇੱਕ ਹਮਦਰਦੀ ਦਾ ਨਾ ਹੋਣਾ। ਐਂਡ ਹਮਦਰਦੀ ਦਾ ਕਿਉਂ ਨਹੀਂ? ਕਿਉਂਕਿ ਐਜ਼ ਬਚਪਨ ਦੇ ਵਿੱਚ ਸਾਡੇ ਨਾਲ ਇਹ ਹਮਦਰਦ ਵਤੀਰੇ ਹੋਏ ਨਹੀਂ। ਐਂਡ ਇਸ ਕਰਕੇ ਨਹੀਂ ਕਿ ਸਾਡੇ ਮਾਂ ਬਾਪ ਸਾਨੂੰ ਪਿਆਰ ਨਹੀਂ ਸੀ ਕਰਦੇ, ਜੀ ਨਹੀਂ, ਸਾਡੇ ਮਾਂ ਬਾਪ ਦੀ ਇੰਟੈਂਸ਼ਨ ਸਹੀ ਸੀ, ਪਰ ਉਹਨਾਂ ਨਾਲ ਵੀ ਨਹੀਂ ਹਮਦਰਦੀ ਹੋਈ। ਸੋ ਸਕਿੱਲ ਤਾਂ ਸਾਨੂੰ ਉਹੀ ਉਹ ਦੇ ਸਕਦੇ ਨਾ ਜਿਹੜੀ ਉਹਨਾਂ ਨੂੰ ਵੀ ਉੱਥੋਂ ਮਿਲੀ ਹੋਵੇ। ਸੋ ਹਮਦਰਦੀ ਅਸੀਂ ਆਪਣੇ ਬੱਚੇ ਨੂੰ ਉਦੋਂ ਬਣਾ ਸਕਦੇ ਜਦੋਂ ਅਸੀਂ ਉਹਦੇ ਨਾਲ ਜਿਹੜੀਆਂ ਸਾਡੀ ਵਾਰਤਾਲਾਪ ਆ ਉਹ ਹਮਦਰਦੀ 'ਚ ਬਦਲੇ। ਸੋ ਫੋਰ ਐਗਜ਼ਾਮਪਲ ਜੇ ਤੁਹਾਡਾ ਬੱਚਾ ਸਕੂਲੋਂ ਆਇਆ ਵਾ ਅਤੇ ਉਹ ਚੀਕ ਰਿਹਾ ਵਾ, ਗੁੱਸਾ ਹੋ ਰਿਹਾ, ਫਰਸਟ੍ਰੇਟਡ ਹੋ ਰਿਹਾ ਵਾ, ਐਂਡ ਤੁਸੀਂ ਹਮਦਰਦੀ ਮਹਿਸੂਸ ਕਰ ਸਕਦੇ ਹੋ ਕਿ ਸਕੂਲ ਤੋਂ ਬਾਅਦ ਬੱਚਾ ਕਈ ਵਾਰ ਭੁੱਖਾ ਹੁੰਦਾ ਵਾ, ਉਹਨੂੰ ਗੁੱਸਾ ਚੜ੍ਹਦਾ ਵਾ, ਇੱਕ ਪੂਰੇ ਦਿਨ ਦੇ ਵਿੱਚ ਉਹ ਇੰਸਟਰਕਸ਼ਨਾਂ 'ਚ ਰਿਹਾ ਹੁੰਦਾ, ਜਿੱਥੇ ਟੀਚਰਸ, ਪ੍ਰਿੰਸੀਪਲਸ ਇੰਸਟਰਕਸ਼ਨ ਦਿੰਦੇ ਆ ਕਰ, ਐਂਡ ਉਹ 7-8 ਘੰਟੇ ਤੇ ਉਹ ਇੰਸਟਰਕਸ਼ਨ ਦੇ ਪੂਰਾ ਫਰਸਟ੍ਰੇਟ ਹੋਇਆ ਹੁੰਦਾ, ਡਿਸਅਪੁਆਇੰਟ ਹੋਇਆ। ਇਹ ਐਕਚੁਅਲੀ ਟੌਪਿਕ ਆਪਾਂ ਕਿਸੇ ਹੋਰ ਦਿਨ ਕਰਾਂਗੇ, ਪਰ ਆਮ ਤੁਸੀਂ ਦੇਖੋ ਕਿ ਜਦੋਂ ਬੱਚੇ ਸਕੂਲ 'ਚ ਆਉਂਦੇ ਕਾਫੀ ਫਰਸਟ੍ਰੇਟਡ ਹੁੰਦੇ ਆ, ਕਿਉਂਕਿ ਉਹ ਜਿਹੜਾ ਸਿਸਟਮ ਉਹਨਾਂ ਨੂੰ ਪ੍ਰੋਪਰ ਗਾਈਡ ਕਰਦਾ, ਉਹਨਾਂ ਨੂੰ ਇੰਸਟਰਕਟ ਕਰਦਾ ਵਾ, ਇੰਸਟਰਕਸ਼ਨਸ ਦਿੰਦਾ ਵਾ,
ਉਹਦੇ ਵਿੱਚੋਂ ਨਿਕਲੇ ਹੁੰਦੇ ਆ। ਸੋ ਇਸੇ ਕਰਕੇ ਫਰਸਟ੍ਰੇਸ਼ਨ। ਸੋ ਜੇ ਅਸੀਂ ਇੱਕ ਹਮਦਰਦੀ ਅਪਰੋਚ 'ਚ ਆਈਏ ਤਾਂ ਅਸੀਂ ਮਹਿਸੂਸ ਕਰ ਸਕਦੇ ਹਾਂ ਕਿ ਸਾਡੇ ਬੱਚੇ ਲਈ ਸਕੂਲ 'ਚ ਆਉਣਾ ਵੀ ਉਵੇਂ ਆ ਜਿਵੇਂ ਅਸੀਂ ਕੰਮ ਤੋਂ ਆਉਣੇ ਆ। ਤੁਸੀਂ ਆਮ ਦੇਖੋ ਕਿ ਜਦੋਂ ਅਸੀਂ 7-8 ਘੰਟੇ ਕੰਮ ਕਰਦੇ ਹਾਂ, ਅਸੀਂ ਕੰਮ ਵੀ ਤਾਂ ਡਾਇਰੈਕਸ਼ਨਸ ਕਰਦੇ, ਇੰਸਟਰਕਸ਼ਨ 'ਚ ਕਰਦੇ ਹਾਂ, ਕਿਸੇ ਦੀ ਗਾਈਡੈਂਸ 'ਚ ਕਰਦੇ ਹਾਂ, ਸਾਨੂੰ ਇੰਸਟਰਕਸ਼ਨਸ ਮਿਲਦੀਆਂ, ਸਾਨੂੰ ਆਰਡਰਸ ਮਿਲਦੇ ਆ। ਐਂਡ ਜਦੋਂ ਅਸੀਂ ਕੰਮ ਤੋਂ ਘਰੇ ਆਈਦਾ, ਸਾਡਾ ਵੀ ਉਹੀ ਹਾਲ ਹੁੰਦਾ ਜਦੋਂ ਸਾਡਾ ਬੱਚਾ ਸਕੂਲ ਤੋਂ ਘਰੇ ਆਉਂਦਾ ਵਾ। ਸੋ ਅਸੀਂ ਵੀ ਸਿਸਟਮ ਤੋਂ ਛੁੱਟਦੇ ਹਾਂ। ਤੁਸੀਂ ਆਮ ਦੇਖੋਗੇ ਜਦੋਂ ਕੰਮ ਤੋਂ ਵੀ ਅਸੀਂ ਛੁੱਟਦੇ ਹਾਂ, ਕੰਮ ਤੋਂ ਅਸੀਂ ਘਰੇ ਜਾਂਦੇ, ਸਾਨੂੰ ਕਿੰਨੀ ਐਕਸਾਈਟਮੈਂਟ ਹੁੰਦੀ ਆ, ਕਿੰਨਾ ਸਾਨੂੰ। ਪਰ ਘਰੇ ਆ ਕੇ ਜੇ ਸਾਨੂੰ ਖਾਣਾ ਨਾ ਮਿਲੇ, ਜਾਂ ਘਰੇ ਆ ਕੇ ਸਾਡਾ ਕੋਈ ਸਾਡੇ ਘਰ ਦੇ ਵਿੱਚ ਨਹੀਂ ਹੈਗੇ, ਜਾਂ ਸਾਨੂੰ ਘਰੇ ਆ ਕੇ ਕੋਈ ਸਟ੍ਰੈਸਫੁਲ ਚੀਜ਼ ਮਿਲ ਗਈ ਆ, ਤੇ ਅਸੀਂ ਰਿਐਕਟ ਕਰਦੇ ਹਾਂ, ਅਸੀਂ ਫਰਸਟ੍ਰੇਟ ਹੁੰਦੇ ਹਾਂ। ਸੋ ਸਾਡਾ ਮਕਸਦ ਇਹ ਹੈ ਕਿ ਅਸੀਂ ਆਪਣੇ ਬੱਚਿਆਂ ਨੂੰ ਇਹੋ ਜਿਹੇ ਇਨਫ ਮੂਮੈਂਟ ਦਈਏ, ਅਸੀਂ ਆਪਣੇ ਬੱਚਿਆਂ ਨੂੰ ਇਹੋ ਜਿਹੇ ਇਨਫ ਮੂਮੈਂਟ ਦਈਏ ਕਿ ਉਹਨਾਂ ਨੂੰ ਮਹਿਸੂਸ ਹੋਵੇ ਕਿ ਉਹਨਾਂ ਨਾਲ ਹਮਦਰਦੀ ਹੋ ਰਹੀ ਆ। ਐਂਡ ਹਮਦਰਦੀ ਉਦੋਂ ਹੋਊਗੀ ਜਦੋਂ ਅਸੀਂ ਆਪਦੇ ਦਿਮਾਗ ਦੇ ਵਿੱਚੋਂ ਨਿਕਲ ਕੇ ਬੱਚੇ ਦੇ ਦਿਮਾਗ ਦੇ ਹਿਸਾਬ ਨਾਲ ਸੋਚਾਂਗੇ। ਸੋ ਫੋਰ ਐਗਜ਼ਾਮਪਲ, ਜਦੋਂ ਅਸੀਂ ਇੱਕ 30 ਸਾਲ ਦੇ ਦਿਮਾਗ ਦੇ ਵਿੱਚੋਂ ਨਿਕਲ ਕੇ ਅਸੀਂ 7 ਸਾਲ ਦੇ ਦਿਮਾਗ ਨਾਲ ਸੋਚਿਆ। ਸੋ 7-8 ਸਾਲ ਦਾ ਬੱਚਾ ਤੁਹਾਨੂੰ ਕਹਿ ਰਿਹਾ ਕਿ ਮੰਮੀ ਮੈਨੂੰ ਮੇਰੇ ਫਰੈਂਡ ਨੇ ਪਾਰਟੀ 'ਤੇ ਨਹੀਂ ਬੁਲਾਇਆ, ਜਾਂ ਮੈਨੂੰ ਮੇਰੇ ਫਰੈਂਡ ਨੇ ਆਪਦੇ ਘਰੇ ਨਹੀਂ ਬੁਲਾਇਆ, ਜਾਂ ਮੇਰਾ ਫਰੈਂਡ ਮੇਰੇ ਨਾਲ ਵੀਡੀਓ ਗੇਮ ਨਹੀਂ ਖੇਡ ਰਿਹਾ। ਹੁਣ ਅਸੀਂ 30-31 ਸਾਲ ਦੇ ਤਾਂ ਸਾਡੇ ਲਈ ਉਹ ਦਿਮਾਗ ਦਾ ਸੈਂਸ ਬਣਦਾ ਕਿ ਇਹ ਬਹੁਤ ਵੱਡੀ ਗੱਲ ਨਹੀਂ, ਇਹ ਤਾਂ ਬੜੀ ਛੋਟੀ ਜਿਹੀ ਗੱਲ ਆ, ਕੋਈ ਨਹੀਂ, ਜੇ ਫਰੈਂਡ ਨਹੀਂ ਬੰਦ ਤੇਰੇ ਨਾਲ ਖੇਡ ਰਿਹਾ ਤਾਂ ਦੂਸਰਾ ਫਰੈਂਡ ਕਰ ਲਾ, ਕਿਉਂਕਿ 30-31 ਸਾਲ ਦੇ ਬੰਦੇ ਲਈ ਕੋਈ ਵੀ ਵੱਡੀ ਗੱਲ ਨਹੀਂ ਹੈਗੀ। ਪਰ ਜੇ ਅਸੀਂ ਆਪਦੇ ਦਿਮਾਗ ਦੇ ਵਿੱਚੋਂ ਨਿਕਲ ਕੇ ਇੱਕ 7 ਸਾਲ ਦੇ ਦਿਮਾਗ ਦੇ ਵਿੱਚ ਪਈਏ ਤਾਂ ਸਾਨੂੰ ਮਹਿਸੂਸ ਹੋਊਗਾ ਕਿ ਜਦੋਂ ਅਸੀਂ ਵੀ 7-8 ਸਾਲ ਦੇ ਸੀ, ਇਹ ਇੱਕ ਬਹੁਤ ਵੱਡੀ ਗੱਲ ਆ। ਤੁਹਾਡਾ ਫਰੈਂਡ ਤੁਹਾਡੇ ਨਾਲ ਖੇਡਣਾ ਨਹੀਂ ਚਾਹੁੰਦਾ, ਇਹ ਬਹੁਤ ਵੱਡੀ ਇੱਕ ਬਹੁਤ ਵੱਡਾ ਕੰਸਰਨ ਆ ਉਸ ਉਮਰ ਵਾਸਤੇ, ਉਸ ਬੱਚੇ ਵਾਸਤੇ ਬੜਾ ਵੱਡਾ ਕੰਸਰਨ ਆ। ਐਂਡ ਇਮੀਡੀਏਟਲੀ ਤੁਸੀਂ ਮਹਿਸੂਸ ਕਰੋਗੇ ਕਿ ਤੁਸੀਂ ਹੁਣ ਹਮਦਰਦੀ ਪ੍ਰਗਟਾਈ ਆਪਣੇ ਬੱਚੇ ਲਈ, ਐਂਡ ਤੁਹਾਡਾ ਬੱਚਾ ਮਹਿਸੂਸ ਕਰੂਗਾ ਕਿ ਮੇਰੇ ਨਾਲ ਹਮਦਰਦੀ। ਐਂਡ ਤੁਸੀਂ ਕਹਿ ਸਕਦੇ ਹੋ ਆਪਣੇ ਬੱਚੇ ਨੂੰ, ਮੈਂ ਮਹਿਸੂਸ ਕਰ ਸਕਦਾ ਤੇਰੇ ਲਈ ਬਹੁਤ ਔਖਾ ਵਾ, ਮੈਂ ਮਹਿਸੂਸ ਕਰ ਸਕਦਾ ਵਾਂ ਕਿ ਇੱਕ ਫਰੈਂਡ ਦਾ ਨਾ ਹੋਣਾ ਸਾਨੂੰ ਫਰਸਟ੍ਰੇਟ ਕਰਦਾ, ਸਾਨੂੰ ਡਿਸਅਪੁਆਇੰਟ ਕਰਦਾ, ਸਾਨੂੰ ਇਹ ਮਹਿਸੂਸ ਹੁੰਦਾ ਕਿ ਮੇਰੇ 'ਚ ਕੀ ਚੰਗਾ ਨਿਗਾ, ਮੈਂ ਕਾਹਤੇ ਮੈਂ ਮਾੜਾ ਵਾਂ ਤਾਂ ਨਹੀਂ ਮੇਰਾ ਫਰੈਂਡ ਮੇਰੇ ਨਾਲ ਖੇਡਦਾ, ਜਾਂ ਮੈਂ ਚੰਗਾ ਨਹੀਂ ਮੇਰਾ ਫਰੈਂਡ ਤਾਂ ਨਹੀਂ ਮੇਰੇ ਨਾਲ ਖੇਡਦਾ, ਮੈਂ ਤਾਂ ਆਪਣੇ ਫਰੈਂਡ ਨਾਲ ਬਹੁਤ। ਐਂਡ ਅਸੀਂ ਮਹਿਸੂਸ ਕਰੀਏ, ਉਹਨਾਂ ਦੇ ਲੈਵਲ 'ਤੇ ਜਾ ਕੇ ਮਹਿਸੂਸ ਕਰੀਏ, ਇਹਨੂੰ ਅਸੀਂ ਹਮਦਰਦੀ ਕਹਿੰਦੇ। ਐਂਡ ਤੁਸੀਂ ਦੇਖੋ ਕਿ ਜੇ ਇਹੀ ਬੱਚੇ ਨਾਲ ਹਮਦਰਦੀ ਹੋਈ ਤੇ ਬਾਹਰ ਜਾ ਕੇ ਇਹੀ ਬੱਚਾ ਆਪਦੇ ਰਿਸ਼ਤਿਆਂ ਨਾਲ ਹਮਦਰਦੀ ਕਰੂਗਾ, ਕੱਲ੍ਹ ਨੂੰ ਉਹਦਾ ਪਾਰਟਨਰ ਬਣੂਗਾ ਕੋਈ, ਜਾਂ ਕੋਈ ਉਹਦਾ ਬੱਚਾ ਹੋਊਗਾ, ਜਾਂ ਉਹ ਆਪਦਾ ਹਸਬੈਂਡ ਵਾਈਫ ਦੇ ਲੈਵਲ 'ਤੇ ਉਹ ਪਾਰਟਨਰ ਹੋਊਗਾ, ਤੇ ਤੁਸੀਂ ਦੇਖੋ ਕਿ ਉਹ ਵੀ ਉਸ ਬੱਚੇ ਨਾਲ ਹਮਦਰਦੀ ਕਰਨਾ ਚਾਹੂਗਾ। ਸੋ ਹਮਦਰਦੀ ਦਾ ਮਤਲਬ ਅਸੀਂ ਇਸ ਦਿਮਾਗ ਦੇ ਵਿੱਚੋਂ, ਜਿਸ ਦਿਮਾਗ ਦੇ ਵਿੱਚ ਅਸੀਂ ਬਹੁਤ ਸਾਲ ਰਹੇ ਹਾਂ, ਰਹਿ ਰਹੇ ਹਾਂ, ਉਹਦੇ ਵਿੱਚੋਂ ਨਿਕਲ ਕੇ ਅਸੀਂ ਦੂਸਰੇ ਦਿਮਾਗ ਦੇ ਨਜ਼ਰੀਏ ਨਾਲ ਦੇਖਣਾ, ਜਿਹੜਾ ਬਹੁਤ ਘੱਟ ਹੁੰਦਾ ਸਾਡੇ ਤੋਂ। ਐਂਡ ਇਸੇ ਕਰਕੇ ਸਾਡੇ ਰਿਸ਼ਤਿਆਂ ਦੇ ਵਿੱਚ ਪ੍ਰੋਬਲਮ ਆਉਂਦੇ ਆ। ਸੋ ਬੇਸਿਕਲੀ ਜਿੰਨੇ ਐਕਸਪੀਰੀਅੰਸ ਅਸੀਂ ਆਪਣੇ ਬੱਚੇ ਨੂੰ ਛੋਟੇ ਹੁੰਦਿਆਂ ਨੂੰ, ਐਂਡ ਇਹ ਕੋਈ ਏਜ ਨਹੀਂ ਹੈਗੀ ਕਿ 5 ਸਾਲ ਦਾ ਬੱਚਾ ਹਮਦਰਦ ਬਣੇ, ਜਾਂ 10 ਸਾਲ ਦਾ, ਇਹ ਔਨ ਗੋਇੰਗ ਆ, ਐਡੋਲੈਸੈਂਸ ਤੱਕ ਇਹ ਜਾਂਦੀ ਰਹਿੰਦੀ ਆ ਲੰਮੇ ਸਮੇਂ। ਸੋ ਸਾਡਾ ਮਕਸਦ ਹੈ ਕਿ ਅਸੀਂ ਆਪਣੇ ਬੱਚੇ ਨਾਲ ਆਪਦੀਆਂ ਇੰਟਰੈਕਸ਼ਨਸ ਦੇਖਣੀਆਂ ਵਾ, ਕਿ ਅਸੀਂ ਆਪਣੇ ਬੱਚੇ ਨਾਲ ਹਮਦਰਦੀ ਪ੍ਰਗਟਾ ਰਹੇ ਹਾਂ। ਜਦੋਂ ਫੋਰ ਐਗਜ਼ਾਮਪਲ ਸਾਡਾ ਬੱਚਾ ਕਹਿੰਦਾ ਗਾ ਕਿ ਮੈਂ ਕੋਵਿਡ ਤੋਂ ਥੱਕ ਗਿਆ ਵਾਂ, ਕੋਈ ਪਾਰਟੀ ਨਹੀਂ ਹੈਗੀ ਜਾਣ ਤੇ, ਮੈਂ ਆਪਦੇ ਫਰੈਂਡਸ ਨਾਲ ਇਕੱਠਾ ਨਹੀਂ ਹੋ ਰਿਹਾ ਗਾ। ਐਂਡ ਇਮੈਜਿਨ ਕਰੋ ਤੁਸੀਂ 14-15 ਸਾਲ ਦਾ ਬੱਚਾ ਵਾ, ਐਂਡ ਉਹ ਆਪਦੇ ਫਰੈਂਡਸ ਨਾਲ ਜਿਵੇਂ ਉਹਦੀ ਲਾਈਫ ਚੱਲ ਰਹੀ ਸੀ, ਉਹਨੂੰ ਸੋਸ਼ਲ ਕਨੈਕਸ਼ਨ ਚਾਹੀਦੇ ਆ, ਉਹਨੂੰ ਚਾਹੀਦੇ ਕਿ ਉਹ ਦੋਸਤ ਮਿੱਤਰਾਂ ਨਾਲ ਮਿਲੇ। ਪਰ ਇਹਦਾ ਮਤਲਬ ਇਹ ਨਹੀਂ ਕਿ ਅਸੀਂ ਜਾਣ ਦੇ ਸਕਦੇ ਹਾਂ, ਪਰ ਅਸੀਂ ਸਮਝ ਸਕਦੇ ਹਾਂ, ਅਸੀਂ ਉਸ ਭਾਵਨਾਵਾਂ ਨੂੰ, ਅਸੀਂ ਫੀਲਿੰਗ ਨੂੰ ਸਮਝ ਸਕਦੇ ਹਾਂ ਕਿ ਸਾਡਾ ਬੱਚਾ ਕਿਸ ਥਰੂ ਜਾ ਰਿਹਾ ਸੀ। ਅਸੀਂ ਹਮਦਰਦੀ ਪ੍ਰਗਟਾ ਰਹੇ ਹਾਂ ਕਿ ਕਾਫੀ ਔਖਾ ਹੋ ਰਿਹਾ, ਮੈਂ ਵੀ ਤੇਰੀ ਥਾਂ ਹਾਂ ਤਾਂ ਮੈਨੂੰ ਵੀ ਔਖਾ ਹੋਵੇ। ਆਈ ਨੋ ਕਿ ਅਸੀਂ ਸਾਰੇ ਫਰਸਟ੍ਰੇਟ ਹੋ ਰਹੇ ਹਾਂ। ਸਾਡੀ ਤੁਹਾਡੀ ਸਮਰ ਵੀ ਐਵੇਂ ਲੰਘੀ, ਹੁਣ ਤੁਹਾਡੀ ਫਿਰ ਕ੍ਰਿਸਮਸ ਵੀ ਇੱਦਾਂ ਲੰਘੀ, ਹੁਣ ਤੁਹਾਡੀ ਵਿੰਟਰ ਵੀ ਐਵੇਂ ਲੰਘ ਰਹੀ ਆ, ਕਾਫੀ ਔਖਾ ਵਾ ਤੁਹਾਡੇ ਲਈ, ਇਟਸ ਹਾਰਡ ਐਂਡ ਉਹਨਾਂ ਲਈ ਤੁਸੀਂ ਹੈਲਪ ਕਰ ਸਕਦੇ ਹੋ, ਉਹਨਾਂ ਨੂੰ ਸੈਲਫ ਰੈਗੂਲੇਟ ਕਰਨ ਲਈ। ਜੇ ਤੁਸੀਂ ਆਪ ਪਰ ਜੇ ਤੁਸੀਂ ਲੜਨ ਲੱਗ ਜਾਓਗੇ ਕਿ ਦੇਖੋ ਸਾਰੀ ਦੁਨੀਆ ਤਾਂ ਕੋਵਿਡ ਨਾਲ ਨਿਪਟ ਰਹੀ ਆ ਤੇ ਤੁਹਾਨੂੰ ਆਪਦੇ ਫਰੈਂਡਸ ਦੀ ਪਈ ਹੈ, ਇਹ ਤਾਂ ਬਹੁਤ ਵਧੀਆ। ਪਰ ਤੁਸੀਂ ਦੇਖੋ ਕਿ ਜੇ ਤੁਸੀਂ ਇੱਕ 14-15 ਸਾਲ ਦੇ ਦਿਮਾਗ ਦੇ ਨਾਲ ਲਾ ਕੇ ਦੇਖੋ, ਤੇ ਕਈ ਵਾਰ ਅਸੀਂ ਬੜੇ ਉਦੋਂ ਰਿਸਕੀ ਦਿਮਾਗ ਹੁੰਦਾ ਵਾ, ਅਸੀਂ ਵੀ 14-15 ਸਾਲ ਦੇ ਸੀਗੇ, ਅਸੀਂ ਵੀ ਰਿਸਕ ਲੈਂਦੇ ਸੀਗੇ। ਸੋ ਇਸੇ ਕਰਕੇ ਜਦੋਂ ਅਸੀਂ ਇੱਕ ਹਮਦਰਦੀ ਆਪਣੇ ਬੱਚੇ ਨੂੰ ਪ੍ਰਗਟ ਕਰਨ ਲੱਗ ਜਾਂਦੇ ਹਾਂ, ਸੁਭਾਵਿਕ ਤੌਰ 'ਤੇ ਇਹੀ ਹਮਦਰਦੀ ਸਾਡਾ ਬੱਚਾ ਦੁਨੀਆ 'ਚ ਲੈ ਕੇ ਜਾਊਗਾ, ਐਂਡ ਇਹੀ ਹਮਦਰਦੀ ਉਹ ਦੂਸਰੇ ਲੋਕਾਂ 'ਤੇ ਪ੍ਰਗਟਾਊਗਾ। ਪਰ ਸਭ ਤੋਂ ਪਹਿਲਾ ਸਟੈਪ ਆ ਕਿ ਜੋ ਲੋਕ ਉਸ ਬੱਚੇ ਨੂੰ ਪਾਲ ਰਹੇ ਆ, ਉਹ ਉਸ ਬੱਚੇ ਨਾਲ ਹਮਦਰਦੀ ਨਾਲ ਪੇਸ਼ ਆਉਣ। ਐਂਡ ਬੁਲਿੰਗ ਹੋ ਗਈ ਬਾਹਰ, ਕੋਈ ਵੀ ਜਿਹੜਾ
ਜਿਹੜਾ ਵਾਇਲੈਂਸ ਹੁੰਦਾ, ਕੋਈ ਵੀ ਜ਼ੁਲਮ ਕਰਦਾ ਵਾ, ਉਹ ਇੱਕ ਇਨਸਾਨ ਕਰਦਾ ਵਾ, ਐਂਡ ਉਸੇ ਇਨਸਾਨ ਤੋਂ ਹੁੰਦਾ ਜਿਹੜਾ ਜਿਹ 'ਚ ਹਮਦਰਦੀ ਦੀ ਸਕਿੱਲ ਘੱਟ ਹੁੰਦੀ ਆ, ਉਸੇ ਤੋਂ ਹੀ ਉਹ ਜ਼ੁਲਮ, ਉਹ ਚੀਜ਼ਾਂ ਹੁੰਦੀਆਂ ਵਾ। ਸੋ ਪਰ ਜੇ ਸਾਡੇ ਬੱਚੇ ਬਚਪਨ ਦੇ ਵਿੱਚ ਸਾਨੂੰ ਹਮਦਰਦੀ ਦੇ ਇੰਨੀਆਂ ਐਗਜ਼ਾਮਪਲਸ ਮਿਲਣ, ਇੰਨੀਆਂ ਹਮਦਰਦੀ ਦੇਖਣ ਨੂੰ ਮਿਲੇ, ਐਂਡ ਫੋਰ ਐਗਜ਼ਾਮਪਲ ਇੱਕ ਹਸਬੈਂਡ ਵਾਈਫ ਆਪਦੇ ਵਿੱਚ ਕਿੰਨੀ ਕੁ ਹਮਦਰਦੀ ਆ, ਕਿ ਇੱਕ ਬੱਚਾ ਦੇਖ ਰਿਹਾ ਕਿ ਮੇਰਾ ਫਾਦਰ ਮੇਰੀ ਮਦਰ ਨਾਲ ਹਮਦਰਦ ਹੋ ਰਿਹਾ, ਜਾਂ ਮੇਰੀ ਮਦਰ ਮੇਰੇ ਫਾਦਰ ਨਾਲ ਹਮਦਰਦ ਹੋ ਰਹੀ ਹੈ, ਅਤੇ ਤੁਸੀਂ ਦੇਖੋ ਕਿ ਉਹ ਹਮਦਰਦ ਇਨਵਾਇਰਮੈਂਟ ਦੇ ਵਿੱਚ ਉਹਦਾ ਹੋਊਗਾ। ਐਂਡ ਬਾਹਰ ਜਾ ਕੇ ਫਿਰ ਸਾਨੂੰ ਟੈਨਸ਼ਨ ਲੈਣ ਦੀ, ਸਟ੍ਰੈਸ ਲੈਣ ਦੀ ਲੋੜ ਨਹੀਂ ਕਿ ਮੇਰਾ ਬੱਚਾ ਗਲਤ ਕੰਮ ਜਾਂ ਐਪ ਦੇ ਵਿੱਚ ਪਊਗਾ, ਉਹਦੇ ਵਿੱਚ ਕਿਉਂਕਿ ਸਾਨੂੰ ਪਤਾ ਕਿ ਸਾਡੇ ਬੱਚੇ ਦੀ ਜਿਹੜੀ ਹਮਦਰਦੀ ਕਪੈਸਿਟੀ ਉਹ ਬਹੁਤ ਜ਼ਿਆਦਾ ਵਾ, ਐਂਡ ਹਮਦਰਦ ਲੋਕਾਂ ਤੋਂ ਤਾਂ ਇਹ ਕੰਮ ਹੋ ਹੀ ਨਹੀਂ ਸਕਦਾ, ਰਾਈਟ। ਉਹ ਕਿਸੇ ਨੂੰ ਹਰਟ ਕਰਨ ਲਈ ਕਰ ਨਹੀਂ ਸਕਦੇ, ਉਹ ਕਿਸੇ ਦੀਆਂ ਲੋਕਾਂ ਦੀਆਂ ਭਾਵਨਾਵਾਂ ਪੈਰਾਂ ਥੱਲੇ ਨਹੀਂ ਮਿੱਧ ਸਕਦੇ, ਉਹ ਮਹਿਸੂਸ ਕਰਨਗੇ ਦੂਸਰਿਆਂ ਦੀਆਂ ਭਾਵਨਾਵਾਂ ਨੂੰ, ਐਂਡ ਦੂਸਰਿਆਂ ਦੀਆਂ ਭਾਵਨਾਵਾਂ ਪ੍ਰਤੀ ਉਹ ਕੇਅਰਫੁਲ ਵੀ ਰਹਿਣਗੇ ਕਿ ਕਿਸੇ ਦੀ ਮੈਂ ਭਾਵਨਾਵਾਂ ਨੂੰ ਠੇਸ ਨਾ ਪਹੁੰਚਾ ਦੇਵਾਂ। ਸੋ ਤੁਹਾਨੂੰ ਇਹਨਾਂ ਚੀਜ਼ਾਂ ਦੀ ਕੋਈ ਜਾਂ ਝੂਠ ਜਾਂ ਚੋਰੀ, ਇਹਨਾਂ ਚੀਜ਼ਾਂ ਦੀ ਫਿਕਰ ਕਰਨ ਦੀ ਲੋੜ ਨਹੀਂ ਪਊਗੀ ਜਦੋਂ ਤੁਸੀਂ ਇੱਕ ਹਮਦਰਦ ਬੱਚੇ ਸਾਡੇ ਘਰ ਦੇ ਵਿੱਚ ਹਮਦਰਦ ਦੀ ਸਕਿੱਲ ਵਧੂਗੀ। ਐਂਡ ਇਸੇ ਕਰਕੇ ਸੋ ਜੇ ਅਸੀਂ ਜੇ ਸਾਡੀ ਸੁਸਾਇਟੀ ਅੱਜ ਅਸੀਂ ਸਫਰ ਕਰਦੇ ਹਾਂ ਕਿਉਂਕਿ ਸਾਡੀ ਸੁਸਾਇਟੀ 'ਚ ਹਮਦਰਦੀ ਲੈਕ ਆ, ਸਾਡੀ ਐਂਪਥੀ, ਸਾਡੀ ਜੋ ਹਮਦਰਦੀ ਭਾਵੁਕ ਐਕਸਪੀਰੀਅੰਸ ਆ ਲੈਕ ਆ, ਕਿਉਂਕਿ ਦੂਸਰਾ ਇਨਸਾਨ ਦੂਸਰੇ ਇਨਸਾਨ ਦੀ ਭਾਵਨਾਵਾਂ ਦੇ ਵਿੱਚ ਸਮਝ ਨਹੀਂ ਸਕਦਾ ਕਿ ਕੀ ਮਹਿਸੂਸ ਹੁੰਦਾ, ਇਸੇ ਕਰਕੇ ਤਾਂ ਸਾਥੋਂ ਧੱਕੇ ਹੋ ਜਾਂਦੇ ਕਿਸੇ ਨਾਲ। ਸੋ ਇਹ ਬੜਾ ਜ਼ਰੂਰੀ ਹੈ ਕਿ ਸਾਡੇ ਬੱਚੇ ਆਪਦੇ ਪਾਲਣ ਪੋਸ਼ਣ ਦੇ ਵਕਤ ਹਮਦਰਦ ਮੂਮੈਂਟ ਮਹਿਸੂਸ ਕਰਨ, ਹਮਦਰਦੀ ਉਹਨਾਂ ਨੂੰ ਮਿਲੇ, ਹਮਦਰਦੀ ਉਹ ਰਿਸ਼ਤਿਆਂ ਦੇ ਵਿੱਚ ਵੇਖਣ, ਆਪਦੇ ਮਾਂ ਬਾਪ ਦੇ ਰਿਸ਼ਤੇ ਦੇ ਵਿੱਚ ਹਮਦਰਦੀ ਵੇਖਣ। ਸੋ ਨੈਕਸਟ ਟਾਈਮ ਜਦੋਂ ਤੁਸੀਂ ਕਿਸੇ ਨਾਲ ਵੀ ਗੱਲ ਕਰਦੇ ਹੋ ਐਂਡ ਤੁਹਾਨੂੰ ਕਿਸੇ ਦੀ ਗੱਲ ਸਮਝ ਨਹੀਂ ਆ ਰਹੀ, ਜਾਂ ਤੁਹਾਨੂੰ ਕਿਸੇ 'ਤੇ ਗੁੱਸਾ ਆ ਰਿਹਾ, ਜਾਂ ਤੁਹਾਡਾ ਲੜਨ ਨੂੰ ਜੀ ਕਰ ਰਿਹਾ, ਕੋਸ਼ਿਸ਼ ਕਰਿਆ ਕਰੋ, ਐਂਡ ਇਹ ਔਖਾ ਵਾ, ਮੈਂ ਨਹੀਂ ਕਹਿ ਰਹੀ ਸੌਖਾ ਵਾ, ਕੋਸ਼ਿਸ਼ ਕਰਿਆ ਕਰੋ ਕਿ ਉਹ ਕਿਸ ਨਜ਼ਰੀਏ ਤੋਂ ਆ ਰਹੇ ਆ, ਓਪਨ ਰਿਹਾ ਕਰੋ ਕਿ ਕਿਸੇ ਦੇ ਨਜ਼ਰੀਏ ਨਾਲ ਹਮਦਰਦੀ, ਕਿਉਂਕਿ ਸਾਡੇ ਬੱਚੇ ਚੀਜ਼ਾਂ ਵਾਚ ਕਰਦੇ ਆ, ਐਂਡ ਫਿਰ ਇਹੀ ਚੀਜ਼ਾਂ ਉਹ ਆਪਦੇ ਰਿਸ਼ਤੇ 'ਤੇ, ਆਪਦੀ ਜ਼ਿੰਦਗੀ 'ਤੇ ਅਪਲਾਈ ਕਰਨਗੇ, ਆਪਦੇ ਕੰਮ 'ਤੇ ਅਪਲਾਈ ਕਰਨਗੇ, ਜਿੱਥੇ ਉਹ ਹਮਦਰਦ ਆਲੇ ਦੁਆਲੇ ਦੇ ਲੋਕਾਂ ਨਾਲ ਹਮਦਰਦੀ ਪ੍ਰਗਟਾਉਣਗੇ। ਸੋ ਸਾਡੇ ਬੱਚੇ ਨੂੰ ਕਿੰਨੇ ਹਮਦਰਦ ਮੂਮੈਂਟ ਮਿਲਦੇ ਆ, ਐਂਡ ਤੁਸੀਂ ਇੱਕ ਪੈਨ ਕਾਪੀ ਲੈ ਕੇ ਇੱਕ ਸਟਾਰ ਲਾ ਲਓ, ਅੱਜ ਮੈਂ ਆਪਣੇ ਬੱਚੇ ਨਾਲ ਇੱਕ ਮੂਮੈਂਟ ਹਮਦਰਦ ਰਿਹਾ। ਇਟਸ ਓਕੇ, ਕਈ ਵਾਰ ਸਾਡੇ ਤੋਂ ਸਾਰਾ ਟਾਈਮ ਹਮਦਰਦੀ ਨਹੀਂ ਹੁੰਦੀ, ਅਸੀਂ ਓਵਰਵੈਲਮ ਹੋ ਜਾਂਦੇ ਹਾਂ, ਸਾਡੇ ਕੰਮ ਆ, ਸਾਡੇ ਦੂਸਰੇ ਕੰਮ ਕਾਰ ਨੇ, ਸਾਡੇ 'ਤੇ ਪ੍ਰੈਸ਼ਰ ਨੇ, ਇਟਸ ਓਕੇ, ਕਈ ਵਾਰ ਸਾਥੋਂ ਹਮਦਰਦੀ ਦੀ ਜਿਹੜੀ ਸਾਡਾ ਬੈਰੋਮੀਟਰ ਹੁੰਦਾ ਖਤਮ ਹੋ ਜਾਂਦਾ, ਅਤੇ ਸਾਡੇ ਕੋਲ ਉਹ ਰਿਸੋਰਸ ਨਹੀਂ ਰਹਿੰਦੇ ਹਮਦਰਦੀ ਕਰਨ ਨੂੰ, ਕਈ ਵਾਰ ਅਸੀਂ ਆਪ ਐਗਜ਼ੌਸਟ ਹੁੰਦੇ। ਪਰ ਕੋਸ਼ਿਸ਼ ਕਰਿਆ ਕਰੋ ਕਿ ਦਿਨ ਦੇ ਵਿੱਚ ਇੱਕ ਹਮਦਰਦੀ ਵਾਲਾ ਮੂਮੈਂਟ ਮੈਂ ਆਪਦੇ ਬੱਚੇ ਨਾਲ ਕੀਤਾ, ਇੱਕ ਦਿਨ ਦੇ ਵਿੱਚ ਇੱਕ ਹਮਦਰਦੀ ਵਾਲਾ ਮੂਮੈਂਟ ਮੈਂ ਆਪਣੇ ਪਾਰਟਨਰ ਨਾਲ ਕੀਤਾ, ਇੱਕ ਹਮਦਰਦੀ ਵਾਲਾ ਮੂਮੈਂਟ ਮੈਂ ਕਿਸੇ ਹੋਰ ਰਿਸ਼ਤੇਦਾਰ ਨਾਲ ਕੀਤਾ ਜਿੱਥੇ ਸ਼ਾਇਦ ਮੈਨੂੰ ਉਹਨਾਂ ਦੀ ਗੱਲ ਦੀ ਸਮਝ ਨਹੀਂ ਆ ਰਹੀ, ਪਰ ਮੈਂ ਮਹਿਸੂਸ ਕਰ ਸਕਦਾ। ਫੋਰ ਐਗਜ਼ਾਮਪਲ ਪਰਸਪੈਕਟਿਵ ਟੇਕਿੰਗ, ਜੇ ਤੁਹਾਡਾ ਕੋਈ ਫੋਨ ਨਹੀਂ ਚੱਕ ਰਿਹਾ ਤਾਂ ਤੁਸੀਂ ਕਿਵੇਂ ਰਿਸਪੌਂਡ ਕਰਦੇ ਹੋ, ਐਂਡ ਇਟਸ ਓਕੇ, ਆਪਣੇ ਆਪ ਨੂੰ ਵਾਚ ਕਰਨਾ। ਸਾਡਾ ਮਕਸਦ ਇਹ ਨਹੀਂ ਹੈਗਾ ਕਿ ਅਸੀਂ ਪਰਫੈਕਟ ਬਣਨਾ, ਸਾਡਾ ਮਕਸਦ ਇਹ ਹੈ ਕਿ ਅਸੀਂ ਆਪਦੇ ਆਪ ਨੂੰ ਵਾਚ ਕਰਕੇ ਇੱਕ ਸਟੈਪ ਕਰਕੇ ਅਸੀਂ ਆਪਦੇ ਆਪ ਨੂੰ ਕਰੈਕਟ ਆ ਅਤੇ ਅਵੇਅਰ ਬਣਨਾ ਵਾ। ਪਰਫੈਕਟ ਨਹੀਂ, ਅਸੀਂ ਪਰਫੈਕਟ ਅਸੀਂ ਵੀ ਨਹੀਂ ਹੈਗੇ ਹਜੇ। ਸੋ ਉਸੇ ਹੀ ਜੇ ਲਿਹਾਜ਼ੇ ਨਾਲ ਤੁਸੀਂ ਚੀਜ਼ਾਂ ਕਰੋਗੇ। ਸੋ ਜੇ ਤੁਹਾਡਾ ਕੋਈ ਫੋਨ ਨਹੀਂ ਚੱਕ ਰਿਹਾ, ਕਿ ਤੁਸੀਂ ਹੋ ਸਕਦਾ ਕਿ ਉਹ ਇਨਸਾਨ ਕੰਮ ਦੇ ਵਿੱਚ ਬਿਜ਼ੀ ਹੋਵੇ, ਹੋ ਸਕਦਾ ਕਿ ਉਹ ਇਨਸਾਨ ਦੇ ਆਪਦੇ ਬਹੁਤ ਬੱਚਿਆਂ ਦੇ ਵਿੱਚ ਪ੍ਰੈਸ਼ਰ ਹੋਣ, ਬਿਜ਼ੀ ਹੋਵੇ, ਹੋ ਸਕਦਾ ਉਸ ਬੱਚੇ ਉਹ ਇਨਸਾਨ ਦੇ ਕੋਈ ਹੋਰ ਕੰਮਕਾਰ ਹੋਣ। ਜੇ ਫੋਰ ਐਗਜ਼ਾਮਪਲ ਤੁਸੀਂ ਆਪਣੇ ਬੱਚੇ ਨਾਲ ਰੈਸਟੋਰੈਂਟ ਜਾਂਦੇ ਹੋ ਐਂਡ ਤੁਸੀਂ ਦੇਖਦੇ ਹੋ ਕਿ ਇੱਕ ਵੇਟਰੈਸ ਜੋ ਉੱਥੇ ਕੰਮ ਕਰ ਰਹੇ ਆ ਉਹ ਬੜੇ ਫਰਸਟ੍ਰੇਟ ਆ ਰਹੇ ਆ, ਅਤੇ ਤੁਸੀਂ ਇਮੀਡੀਏਟਲੀ ਸਾਨੂੰ ਐਂਗਰੀ ਹੋ ਜਾਂਦੇ ਅਸੀਂ ਕਿ ਇਹ ਸਾਨੂੰ ਫੂਡ ਸਰਵ ਕਰ ਰਹੇ, ਕਿਵੇਂ ਸਾਨੂੰ ਐਟੀਟਿਊਡ ਦਿਖਾ ਰਹੇ ਆ। ਪਰ ਜੇ ਤੁਸੀਂ ਉਸ ਪਰਸਪੈਕਟਿਵ ਟੇਕਿੰਗ ਦੇ ਵਿੱਚ ਜਾਵੋ ਐਂਡ ਜੇ ਤੁਹਾਡਾ ਬੱਚਾ ਤੁਹਾਨੂੰ ਵਾਚ ਕਰ ਰਿਹਾ ਤਾਂ ਤੁਸੀਂ ਗੱਲਬਾਤ ਕਰ ਸਕਦੇ ਹੋ, ਤੁਹਾਨੂੰ ਕੀ ਲੱਗਦਾ ਕਿ ਇਹ ਜਿਹੜਾ ਵਰਕਰ ਹੈ ਕਿਉਂ ਫਰਸਟ੍ਰੇਟ ਆ, ਐਂਡ ਤੁਸੀਂ ਆਪਸ਼ਨਸ ਆ ਸਕਦੇ ਹੋ। ਤੁਸੀਂ ਕਹਿ ਸਕਦੇ ਹੋ ਕਿ ਮੇਬੀ ਉਹਨਾਂ ਨੂੰ ਲੌਂਗਰ ਸ਼ਿਫਟ ਕੰਮ ਕਰਨਾ ਪੈ ਰਿਹਾ, ਮੇਬੀ ਉਹ ਘਰੋਂ 8 ਘੰਟੇ ਕੰਮ ਕਰਨਾ ਆਈ ਸੀ ਅਤੇ ਹੁਣ ਉਹਨਾਂ ਨੂੰ 12 ਘੰਟੇ ਕੰਮ ਕਰ ਰਿਹਾ, ਮੇਬੀ ਉਹਨਾਂ ਦੀ ਮਦਰ ਦੀ ਤਬੀਅਤ ਅਨਵੈਲ ਨਹੀਂ, ਮੇਬੀ ਜਿਹੜੇ ਲੋਕ ਕੰਮ ਕਰਦੇ ਸ਼ਾਇਦ ਉਹਨਾਂ ਦੇ ਬੱਚਿਆਂ ਦੀ ਟੇਕ ਕੇਅਰ ਕੋਈ ਹੋਰ ਕਰ ਰਿਹਾ, ਦਿਮਾਗ ਉਹਨਾਂ ਦਾ ਆਪਣੇ ਬੱਚਿਆਂ 'ਚ ਆ। ਤੁਸੀਂ ਇਮੈਜਿਨ ਕਰੋ ਕਿ ਜਦੋਂ ਤੁਸੀਂ ਇਹ ਚੀਜ਼ਾਂ ਦੇਖਣ ਲੱਗ ਜਾਂਦੇ ਹੋ, ਐਂਡਲੈਸ ਆ, ਐਂਡ ਤੁਹਾਡੇ ਬੱਚੇ ਹਮਦਰਦੀ ਇਹ ਚੀਜ਼ ਨੂੰ ਮਹਿਸੂਸ ਕਰਨਗੇ, ਉਹਨੂੰ ਸਕਿੱਲ ਆਪਦੇ ਵਿੱਚ ਵੱਧ ਤੋਂ ਵੱਧ ਡਿਵੈਲਪ ਕਰਨਗੇ।
ਇੱਕ ਚੰਗੀ ਸਮਾਜ ਵਾਸਤੇ, ਇੱਕ ਚੰਗੇ ਸੁਸਾਇਟੀ ਵਾਸਤੇ, ਇੱਕ ਹੈਲਥੀ ਸੁਸਾਇਟੀ ਵਾਸਤੇ ਇਹ ਬੜਾ ਜ਼ਰੂਰੀ ਹੈ ਕਿ ਉਸ ਸੁਸਾਇਟੀ ਵਿੱਚ ਵੱਧ ਤੋਂ ਵੱਧ ਹਮਦਰਦ ਲੋਕ ਹੋਣ। ਐਂਡ ਉਹ ਹਮਦਰਦੀ ਸਾਨੂੰ ਬਚਪਨ ਤੋਂ ਮਿਲਣੀ ਚਾਹੀਦੀ ਆ। ਪਹਿਲਾਂ ਸਾਨੂੰ ਮਿਲਣੀ ਚਾਹੀਦੀ ਆ, ਜਦੋਂ ਸਾਨੂੰ ਮਿਲੂਗੀ ਫਿਰ ਅਸੀਂ ਬਾਹਰ ਜਾ ਕੇ ਦੁਨੀਆ ਨੂੰ ਦੇ ਸਕਾਂਗੇ। ਸੋ ਵਨਸ ਅਗੇਨ ਥੈਂਕ ਯੂ ਸੋ ਮਚ ਤੁਹਾਡੇ ਕੁਐਸਚਨਸ ਵਾਸਤੇ। ਸੋ ਤੁਹਾਡੇ ਹੋਰ ਵੀ ਕੁਐਸਚਨਸ ਹੋਣ ਤੁਸੀਂ ਸਾਨੂੰ ਮੈਸੇਜ ਕਰ ਸਕਦੇ ਹੋ। ਅਸੀਂ ਕੋਸ਼ਿਸ਼ ਕਰਿਆ ਕਰਾਂਗੇ ਕਿ ਜਲਦੀ ਤੋਂ ਜਲਦੀ ਉਹਨਾਂ ਦੇ ਆਨਸਰਸ ਦਿੱਤੇ ਜਾਣ। ਕਈ ਵਾਰ ਥੋੜੇ ਬਿਜ਼ੀ ਹੋ ਜਾਈਦਾ ਅਸੀਂ, ਪਰ ਪਲੀਜ਼ ਆਪਣੇ ਕੁਐਸਚਨਸ ਆਉਣ ਦਿਓ। ਥੈਂਕ ਯੂ ਸੋ ਮਚ ਐਵਰੀਬਡੀ ਐਂਡ ਥੈਂਕ ਯੂ ਸੋ ਮਚ ਤੁਸੀਂ ਇਸ ਪੇਜ ਦਾ ਹਿੱਸਾ ਵਾ। ਬਹੁਤ ਲੋਕ ਦੇਖ ਰਹੇ ਆ, ਮੈਂ ਦੇਖ ਰਹੀ ਹਾਂ, ਐਂਡ ਹਰ ਵਾਰੀ ਤੁਸੀਂ ਸਾਡੇ ਨਾਲ ਜੁੜਦੇ ਹੋ। ਸੋ ਸਾਡਾ ਮਕਸਦ ਹੈ ਕਿ ਅਸੀਂ ਇੱਕ ਰੈਵੋਲੂਸ਼ਨ ਲਿਆਈਏ, ਅਸੀਂ ਬਦਲਾਵ ਕਰੀਏ ਜਿਸ ਤਰੀਕੇ ਨਾਲ ਅਸੀਂ ਇੱਕ ਬੱਚਾ ਪਾਲਦੇ ਹਾਂ। ਐਂਡ ਜਿਸ ਦਿਨ ਸਾਡੇ ਪਾਲਣ ਪੋਸ਼ਣ ਦੀ ਚੀਜ਼ ਬਦਲ ਗਈ ਨਾ, ਸਾਨੂੰ ਦੁਨੀਆ 'ਤੇ ਬਾਹਰ ਜਾਂਦੇ ਨੂੰ, ਜਦੋਂ ਸਾਡਾ ਬੱਚਾ 19-20 ਸਾਲ ਦਾ ਹੋ ਕੇ ਸਾਡੀ ਡੋਰ 'ਚੋਂ ਬਾਹਰ ਨਿਕਲੂਗਾ, ਸਾਨੂੰ ਉਹਦੇ ਲਈ ਡਰ ਨਹੀਂ ਲੱਗੂਗਾ, ਕਿਉਂਕਿ ਸਾਨੂੰ ਪਤਾ ਕਿ ਇਹਦੇ ਅੰਦਰ ਉਹ ਸਾਰੀਆਂ ਚੀਜ਼ਾਂ ਵਾ ਜਿਹੜੀਆਂ ਇੱਕ ਸ਼ਾਂਤ ਦਿਮਾਗ ਦੇ ਵਿੱਚ ਹੋਣੀਆਂ ਚਾਹੀਦੀਆਂ। ਸੋ ਵਨਸ ਅਗੇਨ ਥੈਂਕ ਯੂ ਸੋ ਮਚ ਐਵਰੀਬਡੀ।